ਵਾਹਿਗੁਰੂ ਜੀਓ। ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸ਼ਰਨ ਤੁਮਹਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਸਾਧ ਸੰਗਤ ਜੀਓ, ਭਾਈ ਗੁਰਦਾਸ ਜੀ ਨੂੰ ਮਹਾਰਾਜ ਜੀ ਨੇ ਬੜੇ ਵਰ ਦਿੱਤੇ ਸੀ। ਨਿਮਰਤਾ ਗੁਰਮੁਖ ਹਿਰਦੈ ਗਰੀਬੀ ਆਵੈ। ਅੱਜ ਦਾ ਵਿਸ਼ਾ ਜਿਹੜਾ ਹੈ, ਨਿਮਰਤਾ ਧਾਰਨ ਕਰਨੀ। ਉੱਚਾ ਚੜ੍ਹੇ ਸੋ ਪਵੈ ਪਿਆਲਾ, ਧਰਨ ਪੜੈ ਤਿਸ ਲੱਗੈ ਨਾ ਕਾਲਾ। ਭਾਈ ਗੁਰਦਾਸ ਜੀ ਨੂੰ ਬੜੇ ਵਰ ਦਿੱਤੇ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੋ ਰਹੀ ਹੈ। ਗੁਰੂ ਅਰਜਨ ਦੇਵ ਜੀ ਲਿਖਾ ਰਹੇ ਨੇ। ਰਾਮਸਰ ਸਰੋਵਰ ਦੇ ਕਿਨਾਰੇ ਬੈਠ ਕੇ ਭਾਈ ਗੁਰਦਾਸ ਜੀ ਲਿਖ ਰਹੇ ਨੇ। ਕਿਤੇ ਅੰਮ੍ਰਿਤ ਵੇਲੇ ਭਾਈ ਗੁਰਦਾਸ ਜੀ ਟਹਿਲਦੇ ਫਿਰਦੇ ਉੱਚੀ ਉੱਚੀ ਬਾਣੀ ਪੜ੍ਹ ਰਹੇ ਸੀ। ਆਪਣੀ ਬਾਣੀ, ਭਾਈ ਗੁਰਦਾਸ ਜੀ ਆਪਣੀ ਬਾਣੀ। ਸ੍ਰੀ ਗੁਰੂ ਦਇਆਲ ਕੀ ਦਇਆ ਨਯਨ ਦੇਵ ਮੈਂ, ਖੰਡ ਬ੍ਰਹਿਮੰਡ ਉਦੈ ਅਸਤ ਲੋ ਧਾਈਐ। ਇਸ ਤਰ੍ਹਾਂ ਬਾਣੀ ਪੜ੍ਹ ਰਹੇ ਸੀ। ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਸੁਣਿਆ। ਭਾਈ ਗੁਰਦਾਸ ਜੀ ਨੂੰ ਨਹੀਂ ਪਤਾ ਲੱਗਿਆ। ਜਦੋਂ ਗੁਰਬਾਣੀ ਲਿਖਣ ਵਾਸਤੇ ਭਾਈ ਜੀ ਆਏ, ਮਹਾਰਾਜ ਜੀ ਕਹਿਣ ਲੱਗੇ, ਵਾਹ ਜੀ ਵਾਹ ਭਾਈ ਜੀ, ਤੁਸੀਂ ਤਾਂ ਬਹੁਤ ਸੋਹਣੀ ਬਾਣੀ ਉਚਾਰਨ ਕਰਦੇ ਹੋ। ਤੁਸੀਂ ਆਪਣੀ ਬਾਣੀ ਲਿਖੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਹੱਥ ਜੋੜੇ, ਹਾਥ ਜੋੜ ਗੁਰਦਾਸੈ ਤਾਵਕ ਹੈ, ਹਉ ਰਾਵਣ ਦਾਸਨ ਕੋ ਦਾਸ। ਨਿਮਰਤਾ, ਜਿਹਦੇ ਵਿੱਚ ਨਿਮਰਤਾ ਆ ਗਈ। ਮਹਾਰਾਜ ਕਿੱਡੀ ਬਖਸ਼ਿਸ਼ ਕਰ। ਹਉ ਰਾਵਣ ਦਾਸਨ ਕੋ ਦਾਸ, ਮੈਂ ਤੁਹਾਡੇ ਦਾਸਾਂ ਦਾ ਦਾਸ ਹਾਂ ਮਹਾਰਾਜ ਜੀ। ਸੇਵਕ ਅਵਨੀ ਤਲ ਮਹਿ ਬੈਠੈ, ਸਾਹਿਬ ਉੱਚਾ ਤਖਤ ਨਿਵਾਸ। ਸੇਵਕ ਜਿਹੜਾ ਧਰਤੀ ਦੇ ਉੱਪਰ ਬੈਠਦਾ ਮਹਾਰਾਜ ਜੀ, ਸਾਹਿਬ ਮਾਲਕ ਉੱਚੀ ਦਗਾ ਬੈਠਦਾ। ਤਿਉ ਬਾਣੀ ਮੈਂ ਅੰਤਰ ਹੋਵਤ, ਐਸੀ ਤਰ੍ਹਾਂ ਮੇਰੀ ਬਾਣੀ ਔਰ ਤੁਹਾਡੀ ਗੁਰਬਾਣੀ ਵਿੱਚ ਫਰਕ ਹੈ। ਕਤ ਪਟ ਬੀਜਣ ਕਤ ਸਪਤਾਸ। ਇੱਕ ਪਾਸੇ ਪਟ ਬੀਜਣ ਟਟਹਿਣੇ ਨੂੰ ਕਹਿੰਦੇ ਨੇ, ਦੂਜੇ ਪਾਸੇ ਸਪਤਾਸ ਸੂਰਜ ਨੂੰ ਕਹਿੰਦੇ ਨੇ। ਸੂਰਜ ਦੇ ਅੱਗੇ ਟਟਹਿਣੀ ਦੀ ਕੋਈ ਪੇਸ਼ ਨਹੀਂ ਜਾਂਦੀ। ਐਵੇਂ ਜਿਵੇਂ ਮੇਰੀ ਤੁਹਾਡੀ ਬਾਣੀ ਦਾ ਫਰਕ ਹੈ। ਹੋਏ ਪ੍ਰਸੰਨ ਤਬ ਗੁਰਬਰ ਦੀਨੋ, ਤਬ ਬਾਣੀ ਫਲ ਹੋਏ ਬੁਲੰਦ। ਇੰਨੀ ਨਿਮਰਤਾ ਦੇ ਕਰਕੇ ਮਹਾਰਾਜ ਜੀ ਖੁਸ਼ ਹੋ ਗਏ। ਮਹਾਰਾਜ ਜੀ ਕਹਿੰਦੇ, ਭਾਈ ਜੀ ਤੁਹਾਡੀ ਬਾਣੀ ਪੜ੍ਹਨ ਦਾ ਬਹੁਤ ਜ਼ਿਆਦਾ ਫਲ ਪ੍ਰਾਪਤ ਹੋਊਗਾ। ਪੜ੍ਹਤ ਸੁਣਤ ਗੁਰਸਿੱਖੀ ਪ੍ਰਾਪਤ। ਜਿਹੜਾ ਤੁਹਾਡੀ ਬਾਣੀ ਨੂੰ ਪੜ੍ਹੇਗਾ, ਵੱਧ ਤੋਂ ਵੱਧ ਸਾਧ ਸੰਗਤ ਜੀ ਪੜ੍ਹਿਆ ਕਰੋ। ਪੜ੍ਹ ਨਹੀਂ ਸਕਦੇ, ਜਿਹੜਾ ਸੁਣੂਗਾ, ਸੁਣਨ ਦਾ ਵੀ ਉਨਾ ਹੀ ਮਹਾਤਮ ਹੈ। ਜਿਹੜਾ ਪੜ੍ਹੂਗਾ ਸੁਣੂਗਾ, ਉਹਨੂੰ ਗੁਰਸਿੱਖੀ ਪ੍ਰਾਪਤ ਹੋਊ। ਪੜ੍ਹਤ ਸੁਣਤ ਗੁਰਸਿੱਖੀ ਪ੍ਰਾਪਤ, ਸਤਿਗੁਰ ਸਰਦਾ ਵਧੇ ਆਨੰਦ। ਗੁਰੂ ਮਹਾਰਾਜ ਪ੍ਰਤੀ ਸਰਦਾ ਵਧੇਗੀ, ਆਨੰਦ ਪ੍ਰਾਪਤ ਹੋਵੇਗਾ। ਉਹ ਭਾਈ ਗੁਰਦਾਸ ਜੀ ਨੇ ਬਹੁਤ ਸਾਰੀ ਬਾਣੀ ਲਿਖਣੀ ਕੀਤੀ ਹੈ, ਜਿਹਦੇ ਵਿੱਚ ਇੱਕ ਜਗ੍ਹਾ ਨਿਮਰਤਾ ਦੀ ਗੱਲ ਕਰ ਰਹੇ ਨੇ। ਲੋਹੜੀ ਹੋਏ ਚੀਚ ਉਂਗਲੀ, ਪੈਂਦੀ ਛਾਪ ਮਿਲੇ ਵਡਿਆਈ। ਚੀਚ ਉਂਗਲੀ ਆ ਸਾਰਿਆਂ ਤੋਂ ਛੋਟੀ ਉਂਗਲੀ ਹੈ। 5 ਉਂਗਲਾਂ ਨੇ ਅੰਗੂਠੇ ਸਮੇਤ, ਸਾਰਿਆਂ ਤੋਂ ਛੋਟੀ। ਭਾਈ ਜੀ ਕਹਿੰਦੇ ਇਹਨੂੰ ਵਡਿਆਈ ਪ੍ਰਾਪਤ ਹੁੰਦੀ ਹੈ। ਦਾਸ ਨੂੰ ਹੀ ਇੱਕ ਵਾਰੀ ਵਿਆਹ ਦੇ ਵਿੱਚ ਜਾਣ ਦਾ ਸਮਾਂ ਮਿਲਿਆ। ਵੈਸੇ ਮੈਂ ਜਾਂਦਾ ਨਹੀਂ, ਬਹੁਤ ਘੱਟ ਜਾਂਦਾ। ਮੱਲੋ ਮੱਲੀ ਲੈ ਗਏ ਉੱਥੇ। ਉਹ ਕਹਿੰਦੇ, ਬਾਬਾ ਜੀ ਤੁਹਾਨੂੰ ਮੁੰਦੀ ਪਾਉਣੀ ਹੈ। ਮੈਂ ਬੜਾ ਰੋਕਿਆ। ਮੈਂ ਕਿਹਾ, ਯਾਰ ਮੈਂ ਨਹੀਂ ਮੁੰਦੀ ਪਵਾਉਣੀ, ਸਾਨੂੰ ਮਹਾਂਪੁਰਖਾਂ ਨੇ ਇਹੋ ਜਿਹਾ ਕੁਛ ਪਾਉਣ ਤੋਂ ਰੋਕਿਆ। ਪਰ ਉਹ ਮੱਲੋ ਮੱਲੀ, ਮੈਂ ਕਿਹਾ ਚਲੋ ਪਾ ਦਿਓ ਭਾਈ, ਤੁਹਾਡੀ ਮਰਜ਼ੀ ਹੈ। ਤਾਂ ਮੈਂ ਉਹਨਾਂ ਦੇ ਅੱਗੇ ਜਿਹੜੀ ਮੋਟੀ ਉਂਗਲੀ ਵਿਚਾਲੜੀ ਹੁੰਦੀ ਆ, ਇਹ ਉਂਗਲੀ ਅੱਗੇ ਕਰੀ। ਜਦੋਂ ਮੁੰਦੀ ਪਾਉਣ ਲੱਗੇ, ਛੋਟੀ ਸੀ ਮੁੰਦੀ, ਪਈ ਕੋਈ ਨਾ। ਕਹਿੰਦੇ, ਬਾਬਾ ਜੀ ਆਹ ਉਂਗਲੀ ਤੁਸੀਂ ਕਿਹੜੀ ਕਰ ਰਹੇ ਹੋ? ਮੈਂ ਕਿਹਾ, ਆਹ ਵੱਡੀ ਜੇਠੀ ਉਂਗਲੀ ਹੈ। ਕਹਿੰਦੇ, ਤੁਹਾਨੂੰ ਪਤਾ ਨਹੀਂ ਕਿਹੜੀ ਉਂਗਲੀ 'ਚ ਚੀਚੀ ਪੈਂਦੀ ਹੈ? ਮੈਂ ਕਿਹਾ, ਯਾਰ ਪਹਿਲੀ ਵਾਰੀ ਪਵਾ ਰਿਹਾ, ਮੈਨੂੰ ਕੀ ਪਤਾ ਕਿਹੜੀ 'ਚ ਪੈਂਦੀ ਹੁੰਦੀ ਹੈ। ਕਹਿੰਦੇ, ਚੀਚੀ 'ਚ ਪੈਂਦੀ ਹੈ। ਮੈਂ ਕਿਹਾ, ਆਪਣੇ ਘਰ ਨੂੰ ਸਿਆਣੇ ਹੋ, ਜੇ ਪਾਉਣੀ ਹੈ ਤਾਂ ਵੱਡੀ 'ਚ ਪਾਉਣੀ ਕਰੋ। ਕੁਛ ਨਾ ਕੁਛ ਤੁਹਾਡਾ ਵੀ ਖਰਚ ਵੀ ਆਵੇ, ਮੇਰਾ ਵੀ ਕੁਛ ਬਣੇ। ਉਸ ਮੇਰੇ ਭਾਈ ਗੁਰਦਾਸ ਜੀ ਦਾ ਬਚਨ ਯਾਦ ਹੈ। ਭਾਈ ਜੀ ਕਹਿੰਦੇ ਨੇ, ਵਾਹ ਚੀਚੀਏ, ਜੇ ਤੂੰ ਛੋਟੀ ਕਹਾਇਆ ਤਾਂ ਤੇਰੇ ਵਿੱਚ ਸੋਨੇ ਦੀ ਮੁੰਦੀ ਪਈ, ਨਗ ਵਾਲੀ ਮੁੰਦੀ ਪਈ, ਤੈਨੂੰ ਮਾਣ ਪ੍ਰਾਪਤ ਹੈ। ਲੋਹੜੀ ਹੋਈ ਚੀਚ ਉਂਗਲੀ, ਪੈਦੀ ਛਾਪ ਮਿਲੇ ਵਡਿਆਈ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਜ ਸਿੰਘਾਸਨ ਦੇ ਉੱਪਰ ਬੈਠੇ ਹੋਏ ਨੇ। ਗੁਰੂ ਅੰਗਦ ਦੇਵ ਜੀ ਦੇ ਸਪੁੱਤਰ, 2 ਸਪੁੱਤਰ ਸਨ, ਦਾਸੂ ਜੀ ਅਤੇ ਦਾਤੂ ਜੀ। ਦਾਤੂ ਜੀ ਬੜੇ ਗੁੱਸੇ ਦੇ ਵਿੱਚ ਭਰੇ ਹੋਏ ਆਏ, ਹੋਰ ਮਸੰਦਾਂ ਦੇ ਚੱਕੇ ਚਕਾਏ। ਆ ਕੇ ਗੁਰੂ ਅਮਰਦਾਸ ਮਹਾਰਾਜ ਜੀ ਖਿੱਚ ਕੇ ਜ਼ੋਰ ਨਾਲ ਬੱਖੀ ਦੇ ਵਿੱਚ ਲੱਤ ਮਾਰੀ। ਗੁਰੂ ਅਮਰਦਾਸ ਮਹਾਰਾਜ ਜੀ ਪਲੰਘ ਤੋਂ ਥੱਲੇ ਗਿਰ ਗਏ, ਚੋਟ ਵੀ ਆਈ। ਗੁਰਸਿੱਖ ਸੰਗਤਾਂ ਬੈਠੀਆਂ ਹੋਈਆਂ, ਗੁੱਸਾ ਆਵੇ, ਡੋਲੇ ਫਰਕਣ, ਕੁੜਤੇ ਦੀਆਂ ਬਾਹਾਂ ਤਾਹਾਂ ਨੂੰ ਚੜਾਉਣ। ਮਹਾਰਾਜ ਜੀ ਇਸ਼ਾਰਾ ਕਰਨ, ਦਾਤੂ ਜੀ ਨੂੰ ਖਿੱਚੀਏ। ਸਾਡੇ ਗੁਰੂ ਮਹਾਰਾਜ ਜੀ ਦਾ ਨਿਰਾਦਰ ਕੀਤਾ। ਗੁਰ ਕੀ ਨਿੰਦਾ ਸੁਣੇ ਨਾ ਕਾਨ। ਪਰ ਮਹਾਰਾਜ ਜੀ ਇਸ਼ਾਰਾ ਕਰਦੇ ਨੇ, ਗੁਰਸਿੱਖੋ ਨਹੀਂ।
ਬੈਠੋ ਖਬਰਦਾਰ ਜੇ ਕਿਸੇ ਨੇ ਕੋਈ ਕੌੜਾ ਬਾਤ ਵੀ ਬੋਲਿਆ। ਮਹਾਰਾਜ ਜੀ ਹੌਲੀ ਹੌਲੀ ਉੱਠੇ ਧਰਤੀ ਤੋਂ, ਉੱਠ ਕਰਕੇ ਦਾਤੂ ਜੀ ਦੇ ਚਰਨ ਫੜ ਕੇ ਪਲੋਸਣ ਲੱਗ ਗਏ ਔਰ ਬੜੀ ਨਿਮਰਤਾ ਦੇ ਨਾਲ ਇੱਕ ਬੇਨਤੀ, ਗੁਰੂ ਬੇਨਤੀ ਕਰ ਰਿਹਾ ਅੱਜ, ਕਿਉਂਕਿ ਗੁਰੂ ਦੇ ਸੁਪੁੱਤਰ ਨੇ ਨਾ, ਸਾਨੂੰ ਮਹਾਰਾਜ ਜੀ ਜਿਉਣਾ ਸਿਖਾ ਰਹੇ ਨੇ ਵੀ ਗੁਰਸਿੱਖਾ ਕਿਵੇਂ ਜਿਉਣਾ ਹੈ। ਨਿਮਰਤਾ ਗੁਰਸਿੱਖ ਦਾ ਗਹਿਣਾ ਹੈ। ਉਸ ਸਮੇਂ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਦਾਤੂ ਜੀ ਇੱਕ ਤੋਂ ਸੇਵਾ ਕਰਤ ਰਹੇ ਹੋ ਹਾਂ, ਇੱਕ ਤਾਂ ਮੈਂ ਵੱਡੀ ਉਮਰ ਦੇ ਵਿੱਚ ਸੇਵਾ ਕਰਦਾ ਆ ਰਿਹਾ ਹਾਂ, ਸੇਵਾ ਕਰਦਿਆਂ ਕਰਦਿਆਂ ਮੇਰੇ ਹੱਡ ਘਸ ਗਏ ਨੇ। ਇੱਕ ਤੋਂ ਸੇਵਾ ਕਰਤ ਰਹੇ ਹੋ ਹਾਂ, ਦੂਸਰ ਬੈ ਤੇ ਬਿਰਧ ਭਿਓ ਹਾਂ, ਦੂਸਰਾ ਉਮਰ ਵੀ ਮੇਰੀ ਬਹੁਤ ਵੱਡੀ 80 ਦੇ ਨੇੜੇ ਚਲੀ ਗਈ ਹੈ। ਜਾਂ ਤੇ ਅਧਿਕ ਸਰੀਰ ਕਠੋਰਾ, ਇਸ ਕਰਕੇ ਸਰੀਰ ਬੜਾ ਕਠੋਰ ਹੋ ਗਿਆ ਹੈ, ਬੜਾ ਕਰੜਾ ਜਿਹਾ ਹੋ ਗਿਆ ਹੈ। ਜਾ ਤੇ ਅਧਿਕ ਸਰੀਰ ਕਠੋਰਾ, ਤੁਮਰੇ ਚਰਨ ਮਿਰਦਲ ਨੇ ਥੋੜਾ, ਤੁਹਾਡੇ ਚਰਨ ਬੜੇ ਕੋਮਲ ਨੇ, ਥੋੜ੍ਹੇ ਕੋਮਲ ਨਹੀਂ, ਬਹੁਤ ਮਿਰਦਲ ਨੇ। ਤੇ ਆ ਤੁਸੀਂ ਮੇਰੇ ਲੱਤ ਮਾਰੀ ਆ ਕੇ, ਹੋਏਗੋ ਕਸ਼ਟ ਮਹਾਨਾ, ਮੈਨੂੰ ਨਹੀਂ ਤੁਹਾਨੂੰ ਦਾਤੂ ਜੀ ਬੜਾ ਕਸ਼ਟ ਹੋਇਆ ਹੋਊ, ਤੁਹਾਡੇ ਲੱਤ 'ਤੇ ਬੜੀ ਸੱਟ ਲੱਗੀ ਹੋ, ਮੇਰੀਆਂ ਹੱਡੀਆਂ ਚੁਭੀਆਂ ਹੋਈਆਂ ਹੋਣਗੀਆਂ। ਖਿਮੋ ਪਿਓ ਅਪਰਾਧ ਮਹਾਨਾ, ਮੇਰੇ ਕੋਲੋਂ ਬਹੁਤ ਵੱਡਾ ਅਪਰਾਧ ਹੋਇਆ, ਮੈਨੂੰ ਮਾਫ਼ ਕਰ ਦਿਓ। ਸ੍ਰੀ ਗੁਰੂ ਕੇ ਸੁਤ ਹੋ ਵਡ ਭਾਗੇ, ਮੋਹਿਤ ਕਰ ਇਤੂ ਦੁੱਖ ਲਾਗੇ। ਗੁਰੂ ਮਹਾਰਾਜ ਦੇ ਵੱਡੇ ਸੁਪੁੱਤਰ ਹੋ ਤੁਸੀਂ, ਮੇਰੇ ਕਰਕੇ ਤੁਹਾਨੂੰ ਇੰਨਾ ਦੁੱਖ ਹੋਇਆ ਹੈ। ਤੁਮਕੋ ਦੇਖਣਾ ਅਗਰ ਖਰੋਵਾ, ਮੇਰਾ ਫਰਜ਼ ਬਣਦਾ ਸੀ, ਗੁਰੂ ਮਹਾਰਾਜ ਸਾਹਿਬਜ਼ਾਦਾ ਜੀ ਆ ਰਹੇ ਨੇ, ਮੈਂ ਉੱਠ ਕੇ ਖੜ੍ਹਾ ਹੁੰਦਾ, ਪਰ ਮੈਂ ਉੱਠ ਕੇ ਖੜ੍ਹਾ ਨਹੀਂ ਹੋਇਆ, ਕਿੱਡਾ ਵੱਡਾ ਗੁਨਾਹ ਕੀਤਾ। ਤੁਮਕੋ ਦੇਖਣਾ ਅਗਰ ਖਰੋਵਾ, ਉਤੋਂ ਮਾਨ ਮਮ ਸਗਰੋ ਜੋਵਾ ਖੋਵਾ, ਮੇਰੇ ਮਨ ਵਿੱਚ ਮਾਣ ਸੀ, ਹੰਕਾਰ ਸੀ, ਅਤੇ ਬਹੁਤ ਵਧੀਆ ਕਰਿਆ ਤੁਸੀਂ ਸਾਰਾ ਦੂਰ ਕਰਦਾ। ਤਾੜਨ ਜੋਗ ਹੁਤੋ ਸੋ ਮਾਰਿਓ, ਮੈਂ ਤਾੜਨ ਦੇ ਯੋਗ ਹੀ ਸੀ, ਇਸ ਕਰਕੇ ਤੁਸੀਂ ਮੈਨੂੰ ਆ ਕੇ ਮਾਰਨਾ ਕਰਿਆ। ਭਲੋ ਭਇਓ ਨਿਜ ਦਾਸ ਵਿਚਾਰਿਓ, ਬੜੀ ਚੰਗੀ ਗੱਲ ਹੋਈ ਹੈ, ਆਪਣਾ ਦਾਸ ਵਿਚਾਰ ਕਰਕੇ ਮੈਨੂੰ ਬਖਸ਼ ਦਿੱਤਾ ਹੈ। ਇੰਨੀ ਨਿਮਰਤਾ, ਇੰਨੀ ਨਿਮਰਤਾ। ਮਹਾਰਾਜ ਜੀ ਜਾ ਕਰਕੇ ਗਊਆਂ ਦੇ ਕੋਠੇ ਦੇ ਵਿੱਚ ਲੁਕੇ ਸੀ, 6 ਮਹੀਨੇ ਅੰਦਰ ਬੰਦ ਰਹੇ। ਬਾਬਾ ਬੁੱਢਾ ਜੀ ਨੇ ਫਿਰ ਪ੍ਰਗਟ ਕਰੇ ਸੀ, ਉਹ ਲੰਬਾ ਚੌੜਾ ਪ੍ਰਸੰਗ ਹੈ। ਪਰ ਆਓ ਗੁਰੂ ਅਮਰਦਾਸ ਮਹਾਰਾਜ ਜੀ, ਕੋਈ ਸਮਾਂ ਇਹ ਵੀ ਆਇਆ ਜਦੋਂ ਗੋਇੰਦਵਾਲ ਸਾਹਿਬ ਵਿਖੇ ਨਿਵਾਸ ਰੱਖ ਰਹੇ ਨੇ, ਦਾਤੂ ਜੀ ਆਏ, ਲੰਗੜਾਉਂਦੇ ਆਏ, ਆ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ 'ਤੇ ਨਮਸਕਾਰ ਕਰਨ ਲੱਗੇ। ਮਹਾਰਾਜ ਜੀ ਉੱਠ ਕੇ ਪਰੇ ਹੋ ਗਏ, ਨਹੀਂ ਦਾਤੂ ਜੀ, ਤੁਸੀਂ ਗੁਰੂ ਅੰਗਦ ਦੇਵ ਮਹਾਰਾਜ ਜੀ, ਮੇਰੇ ਦਾਤੇ ਦੇ, ਮੇਰੇ ਰੱਬ ਦੇ, ਮੇਰੇ ਗੁਰੂ ਦੇ ਸਾਹਿਬਜ਼ਾਦਾ ਜੀ ਹੋ, ਸੁਪੁੱਤਰ ਹੋ, ਸਤਿਕਾਰ ਕਰਨ ਯੋਗ ਹੋ, ਮੈਂ ਤੁਹਾਨੂੰ ਨਮਸਕਾਰ ਕਰਨੀ ਹੈ, ਅਤੇ ਇਸ ਕਰਕੇ ਤੁਸੀਂ ਨਮਸਕਾਰ ਨਾ ਕਰੋ। ਉਸ ਸਮੇਂ ਦਾਤੂ ਜੀ ਨੇ ਹੱਥ ਜੋੜੇ, ਨਹੀਂ ਗੁਰੂ ਅਮਰਦਾਸ ਮਹਾਰਾਜ ਜੀ, ਮੇਰੇ ਕੋਲੋਂ ਪਹਿਲੀ ਹੀ ਬਹੁਤ ਵੱਡੀ ਗਲਤੀ ਹੋਈ ਹੈ, ਆ ਕਰਕੇ ਮੈਂ ਤੁਹਾਡੇ ਲੱਤ ਮਾਰੀ ਸੀ ਮਹਾਰਾਜ, ਪੱਖੀ ਵਿੱਚ ਲੱਤ ਮਾਰੀ। ਉਸ ਸਮੇਂ ਤਬ ਤੇ ਮੇਰੀ ਲਾਤ, ਮੈਂ ਦੁੱਖ ਹੋਏ ਘਨੇਰਾ, ਬਹੁਤ ਦੁੱਖ ਹੋ ਰਿਹਾ ਹੈ। ਅਸਤੀ ਕੋ ਚੀਰੋ ਮਨੈ, ਉਹ ਹੋਏ ਬਖੇਰਾ, ਮਾਨੋ ਮੇਰੀਆਂ ਹੱਡੀਆਂ ਨੂੰ ਕੋਈ ਚੀਰਿਆ, ਮੈਨੂੰ ਇੰਨਾ ਦੁੱਖ ਹੋ ਰਿਹਾ। ਮੈਂ ਅਪਰਾਧੀ ਆਪ ਕੋ ਅਬ ਚੱਲ ਕਰ ਆਵਾ, ਤੁਹਾਡਾ ਅਪਰਾਧੀ ਹਾਂ ਮਹਾਰਾਜ, ਗੁਨਾਹਗਾਰ ਹਾਂ, ਪਰ ਹੁਣ ਮੈਂ ਕੋਈ ਆਸ ਕਰਕੇ ਆਇਆ। ਛਿਮੋ ਵਗਿਆ ਜੋ ਪਈ, ਬਹੁਤ ਕਸ਼ਟ ਉਠਾਵਾ, ਬੜਾ ਦੁੱਖ ਭਰ ਰਿਹਾ ਮਹਾਰਾਜ। ਡਾਕਟਰਾਂ ਕੋਲੋਂ, ਵੈਦਾਂ ਕੋਲੋਂ ਬੜਾ ਇਲਾਜ ਕਰਾਇਆ, ਕਿਤੋਂ ਵੀ ਮੇਰਾ ਇਲਾਜ ਨਹੀਂ ਹੋਇਆ। ਆਪ ਜੀ ਕਿਰਪਾ ਕਰੋ, ਮੇਰੇ 'ਤੇ ਕਿਰਪਾ ਦ੍ਰਿਸ਼ਟੀ ਕਰੋ, ਮੈਨੂੰ ਬਖਸ਼ਣਾ ਕਰੋ। ਉਸ ਸਮੇਂ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਥੋੜ੍ਹਾ ਜਿਹਾ ਸਮਾਂ ਹੁਣ ਹੋਰ ਠਹਿਰੋ, ਸਾਡੀ ਉਮਰ ਥੋੜ੍ਹੀ ਜਿਹੀ ਰਹਿੰਦੀ ਆ। ਉਦੋਂ ਬਾਅਦ ਸਾਡੇ ਜਵਾਈ ਰਾਮਦਾਸ ਜੇਠਾ ਜੀ, ਉਹ ਗੁਰੂ ਬਣਨਗੇ, ਉਹਨਾਂ ਤੋਂ ਬਾਅਦ ਸਾਡਾ ਦੋਹਤਾ ਗੁਰੂ ਬਣੇਗਾ, ਉਹ ਫਿਰ ਤੁਹਾਡੇ 'ਤੇ ਕਿਰਪਾ ਕਰਨਗੇ। ਗੁਰੂ ਅਰਜਨ ਦੇਵ ਜੀ ਨੇ ਫਿਰ ਕਿਰਪਾ ਦ੍ਰਿਸ਼ਟੀ ਕੀਤੀ ਸੀ, ਦਾਤੂ ਜੀ ਦੀ ਲੱਤ ਦੇ ਵਿੱਚੋਂ ਦਰਦ ਹਟਿਆ ਸੀ। ਸੋ ਆਓ, ਨਿਮਰਤਾ ਜਿਹੜੀ ਗੁਰਸਿੱਖ ਦਾ ਗਹਿਣਾ, ਨਿਮਰਤਾ ਉੱਚਾ ਚੱਕ ਕੇ ਲੈ ਜਾਂਦੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਵੇਂ ਕਿ ਦਾਤੂ ਜੀ ਨੇ ਲੱਤ ਮਾਰੀ ਸੀ, ਪਰ ਨਿਮਰਤਾ ਧਾਰਨ ਕਰਕੇ ਰੱਖੀ, ਨਾ ਗੁਰਸਿੱਖਾਂ ਨੂੰ ਕੁਝ ਕਹਿਣ ਦਿੱਤਾ, ਨਾ ਆਪ ਹੀ ਕੋਈ ਬਚਨ ਕਰਿਆ, ਉੱਚੀ ਪਦਵੀ ਪ੍ਰਾਪਤ ਹੋਈ ਹੈ। ਸੋ ਆਓ, ਨਿਮਰਤਾ ਗੁਰਸਿੱਖ ਦਾ ਗਹਿਣਾ ਹੈ, ਵੱਧ ਤੋਂ ਵੱਧ ਨਿਮਰਤਾ ਧਾਰਨ ਕਰਕੇ ਰੱਖੀਏ, ਫਿਰ ਸਤਿਗੁਰੂ ਮਹਾਰਾਜ ਦੀ ਖੁਸ਼ੀ ਹੈ ਸਾਡੇ ਉੱਪਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।